ਬਰਨਾਲਾ ਦੇ ਪਿੰਡ ਸੰਘੇੜਾ ਦਾ ਇਹ ਸਿੱਖ ਪਰਿਵਾਰ 1984 ਦਾ ਮੰਜ਼ਰ ਯਾਦ ਕਰ ਅੱਜ ਵੀ ਦਹਿਲ ਉੱਠਦਾ ਹੈ। ਬਜ਼ੁਰਗ ਹਰਬੰਸ ਕੌਰ ਦੀਆਂ ਅੱਖਾਂ ਹੁਣ ਰੋ ਪੱਥਰ ਹੋ ਚੁੱਕੀਆਂ ਹਨ। ਪਰਿਵਾਰ ਦੇ 8 ਮੈਂਬਰ ਇਸ ਖੂਨੀ ਸਾਕੇ ਵਿੱਚ ਮਾਰੇ ਗਏ ਸਨ। ਉਹ ਅੱਜ ਵੀ ਯਾਦ ਕਰਦੀ ਹੈ ਕਿ 1984 ਚ ਨਵਾਂ ਟਰੱਕ ਖਰੀਦਣ ਦੀ ਖੁਸ਼ੀ 'ਚ ਉਹ ਪੂਰੇ ਪਰਿਵਾਰ ਅਤੇ ਕੁਝ ਪਿੰਡ ਵਾਲਿਆਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। 3 ਜੂਨ ਨੂੰ ਅੰਮ੍ਰਿਤਸਰ ਪਹੁੰਚੇ ਤਾਂ 4 ਜੂਨ ਨੂੰ ਸਵੇਰੇ ਉੱਠ ਇਸ਼ਨਾਨ ਦੀ ਤਿਆਰੀ ਵਿੱਚ ਸਨ ਤਾਂ 5 ਵਜੇ ਦੇ ਕਰੀਬ ਗੋਲੀਆਂ ਦੀ ਆਵਾਜ਼ ਸੁਣ ਸਾਰੇ ਕੰਬ ਉੱਠੇ। ਉਹਨਾਂ ਨੂੰ ਜਿੱਥੇ ਥਾਂ ਮਿਲੀ ਉੱਥੇ ਜਾ ਲੁਕੇ 2 ਦਿਨਾਂ ਤੱਕ ਬਿਨਾਂ ਕੁਝ ਖਾਦੇ ਪੀਤੇ ਉੱਥੇ ਹੀ ਕਣਕ ਦੀਆਂ ਬੋਰੀਆਂ ਪਿੱਛੇ ਲੁਕੇ ਰਹੇ ਤਾਂ ਉਸ ਦਰਮਿਆਨ ਕਮਰਿਆਂ 'ਚ ਲੁਕੀ ਸੰਗਤ ਨੂੰ ਬਾਹਰ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਹਰਬੰਸ ਕੌਰ ਦੇ ਮੁਤਾਬਕ ਉਸਦੇ 11 ਸਾਲ ਦੇ ਬੇਟੇ ਜਿੰਦਰ, 35 ਸਾਲ ਦੇ ਪਤੀ ਮਿੱਠੂ ਸਿੰਘ, 2 ਬੇਟੀਆਂ ਗੁਰਮੀਤ ਕੌਰ 7 ਸਾਲ ਅਤੇ ਹਰਪਾਲ ਕੌਰ 5 ਨੂੰ ਹੱਥ ਗੋਲੇ ਦੁਆਰਾ ਮਾਰ ਦਿੱਤਾ ਗਿਆ। ਮਾਮਾ ਜੋਗਿੰਦਰ ਸਿੰਘ ਸਮੇਤ ਆਪਣੇ 8 ਰਿਸ਼ਤੇਦਾਰਾਂ ਨੂੰ ਗਵਾਉਣ ਤੋਂ ਬਾਅਦ ਹਰਬੰਸ ਕੌਰ ਨੇ ਆਪਣੀ ਸੁੱਧ-ਬੁੱਧ ਗਵਾ ਦਿੱਤੀ ਹੈ। ਹਰਬੰਸ ਕੌਰ ਨੇ ਦੱਸਿਆ ਕਿ ਉਸ ਦੀ ਗੋਦ ਵਿੱਚ ਉਸ ਦੀ 2 ਸਾਲ ਦੀ ਬੇਟੀ ਬਚ ਗਈ ਹੈ। ਉਸ ਨੂੰ ਉਸਨੇ ਗੋਦ ਵਿੱਚ ਛੁਪਾ ਕੇ ਰੱਖਿਆ ਸੀ ਅਤੇ ਮਨ ਵਿੱਚ ਡਰ ਸੀ ਜੇਕਰ ਉਹ ਮਰ ਗਈ ਤਾਂ ਮੈਂ ਆਪਣੇ ਆਪ ਹੀ ਮਰ ਜਾਵਾਂਗੀ। ਜਿਵੇਂ ਤਿਵੇਂ ਉਸ ਨੂੰ ਬਚਾ ਕੇ ਰੱਖਿਆ। ਅੱਜ ਉਹੀ ਬੇਟੀ ਉਸਦੇ ਬੁਢਾਪੇ ਦਾ ਸਹਾਰਾ ਹੈ। ਉਹ ਕੇਵਲ ਇੱਕ ਪਾਸੇ ਆਪਣੇ ਪਤੀ ਮਿੱਠੂ ਸਿੰਘ ਦੀ ਬਾਂਹ ਦੇਖ ਕੇ ਖੁਦ ਯਾਦ ਕਰਦੀ ਹੈ ਕਿ ਬਾਕੀ ਦੇ ਬਾਰੇ 'ਚ ਕੁਝ ਨਹੀਂ ਜਾਣਦੀ। ਹਰਬੰਸ ਕੌਰ ਕਹਿੰਦੀ ਹੈ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਚਲੇ ਜਾਣ ਤੋਂ ਬਾਅਦ ਕਿਸੇ ਨੇ ਉਸ ਦੀ ਦੇਖਭਾਲ ਨਹੀਂ ਕੀਤੀ। ਉਸਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਆਪਣੇ ਸਿਰ ਤੇ ਛੱਤ ਬਣਾ ਲਈ ਅਤੇ ਹੁਣ ਉਹ ਘਰ ਵਿੱਚ ਪਸ਼ੂ ਪਾਲ ਕੇ ਆਪਣਾ ਜੀਵਨ ਯਾਪਨ ਕਰ ਰਹੀ ਹੈ। ਬਜ਼ੁਰਗ ਹਰਬੰਸ ਕੌਰ ਆਪਣੀ ਬੇਟੀ ਅਤੇ ਪੋਤੀ ਦੇ ਨਾਲ ਦਿਨ ਬਿਤਾ ਰਹੀ ਹੈ ਅਤੇ ਬਜ਼ੁਰਗ ਮਾਤਾ ਹਰਬੰਸ ਕੌਰ ਆਪਣੀ ਦਾਸਤਾਨ ਸੁਣਾਉਂਦਿਆਂ ਕਈ ਵਾਰ ਰੋ ਪਈ। ਅਸੀਂ ਬਸ ਐਂ ਬਾਗੀ ਵੀਰ ਵੀ ਗੱਡੀ ਲਈਏ ਚੱਕੇ ਦਾ ਮੱਥਾ ਟੇਕ ਆਈਏ, ਇਸੇ ਗੱਲ ਦੇ ਮਾਰੀ ਬਾਗੇ। ਨਹੀਂ ਸਾਡਾ ਕਿਹੜਾ ਉੱਥੇ ਕੰਮ, ਮੈਂ ਤਾਂ ਦੇਖੇ ਸਾਡੇ ਘਰਦਿਆਂ ਨੇ ਨਹੀਂ ਸੀ ਦੇਖਿਆ ਵੀਰਾ, ਅਸੀਂ ਕਦੇ ਗਏ ਹੀ ਨਹੀਂ ਸੀ। ਹੁਣ ਜਦੋਂ ਸਾਡਾ ਕੋਈ ਨੁਕਸਾਨ ਨਾ ਸੀ ਅਸੀਂ ਉਦੋਂ ਬਾਗੇ ਭਾਈ। ਹਾਂ ਸਾਡੇ ਘਰ ਦੇ 3 ਤਾਂ ਮੇਰੇ ਜਵਾਕ ਸੀ ਭਾਈ, ਚੌਥੀ ਆ ਕੁੜੀ ਸੀ। 3 ਤਾਂ ਦਿਲ ਉੱਥੇ ਮੁੱਕ ਹੀ ਗਏ, ਚੌਥਾ ਇਹਨਾਂ ਦਾ ਪਿਓ ਮੁੱਕ ਗਿਆ। ਫਿਰ ਮੇਰਾ ਪਿਓ ਸੀ, ਮੇਰਾ ਭਾਈ ਸੀ, ਫਿਰ ਮੇਰੀ ਨਣਦ ਦਾ ਮੁੰਡਾ ਸੀ ਉਹ ਵੀ ਮੁੱਕ ਗਿਆ ਸੀ ਭਾਈ, ਸੂਬੇਦਾਰ। ਇੱਕ ਸਾਡੇ ਘਰਦਿਆਂ ਦਾ ਮਾਮਾ ਸੀ। ਇੰਨੇ ਜਿਹੀ ਸਾਡੇ ਮੁੱਕਿਆ ਭਾਈ। ਅਸੀਂ ਆਥਣੇ ਜਿਹੇ ਵਾਗੇ ਭਾਈ, ਸੋਹਲੇ ਜਿਹੇ ਦਿਨ ਦੇ ਸਪਿਆਜੀ ਨਾਲ ਅਸੀਂ ਨਹਾ ਨੂੰ ਵੀ ਲਏ। ਇੰਨਾ ਕੁ ਤਾਂ ਮੈਨੂੰ ਪਤਾ ਹੈ, ਉਹ ਨਹੀਂ ਮੈਨੂੰ ਬਾਹਲਾ ਪਤਾ ਹੈਗਾ ਵੀਰਾ। ਜਦੋਂ ਸਾਡੇ ਵਕਤ ਪਿਆ ਫਿਰ ਮੈਂ ਤਾਂ ਦਿਸਣੋਂ ਹੀ ਹਟ ਗਿਆ, ਗੱਲ ਮੁਕਾ ਨਾ ਪਤਾ ਲੱਗਿਆ ਕਾਸੇ ਦਾ। ਅਸੀਂ ਆਥਣੇ ਵਾਗੇ ਨਹਾ ਨੂੰ ਲਏ ਸਾਰੇ, ਰੋਟੀ ਰਾਟੀ ਵੀ ਖਾਧੀ ਹੈ। ਫਿਰ ਰਾਤ ਨੂੰ ਗੋਲੀ ਚੱਲਣ ਲੱਗੀ ਪਈ। ਗੋਲੀ ਤਾਂ ਪਹਿਲਾਂ ਹੀ ਚੱਲਦੀ ਸੀ, ਫਿਰ ਗੋਲੀ ਨਹੀਂ ਹਟੀ ਚੱਲਣੋਂ ਭਾਈ ਜਿੰਨਾ ਚਿਰ ਸਾਡੇ ਇਹ ਮੁੱਕੇ ਨਹੀਂ। ਥੋੜ੍ਹਾ ਚਿਰ ਇੱਕ ਦਿਨ ਖਨੀ ਪਹਿਲਾਂ ਖਨੀ ਉੱਦਾਂ ਹੀ ਬੰਦ ਹੋ ਗਈ ਸੀ ਥੋੜ੍ਹੀ, ਫਿਰ ਸਾਰੀ ਦੁਨੀਆ ਨਿਕਲੇ ਵੀ ਚੱਲ ਬਾਹਰ। ਫਿਰ ਖਨੀ ਇਹਨੇ ਇੰਦਰਾ ਗਾਂਧੀ ਨੇ 8 ਘੰਟੇ ਲੈ ਲਏ ਵੀ, ਫਿਰ ਭਾਈ ਸਾਡਾ ਖਾਤਮਾ ਕਰਤਾ ਇਹਨਾਂ ਨੇ। ਬਹੁਤ ਦੁਨੀਆ ਮਾਰੀ ਭਾਈ, ਸਾਡੇ ਇਕੱਲੇ ਨਹੀਂ ਮਾਰੀ। ਆਹ ਦਿਨ ਸੀ ਦੀਵੇ ਸੀ ਨਾ, ਫਿਰ ਭੀੜ ਤਾਂ ਬਹੁਤ ਹੀ ਜ਼ਿਆਦਾ ਸੀ ਭਾਈ। ਉਹ ਮਿਲਟਰੀ ਜੀ ਆਈ ਸੀ ਭਾਈ, ਬਲਾਈ ਖਸੋਲੇ ਜਿਹੇ ਬੰਦੇ ਸੀ ਜਿਹੜੇ ਮਿਲਟਰੀ ਵਾਲੇ ਸੀ, ਉਹਨਾਂ ਨੇ ਇਹ ਮਾਰੇ ਨੇ। ਇਹ ਤਾਂ ਕਮਰੇ ਜਿਹੇ 'ਚ ਬਾੜ ਲਏ ਕਿਤੇ ਭਾਈ। ਅਸੀਂ ਅੱਡ ਬੈਠੀਆਂ ਸੀ, ਕੋਈ ਸਰਾਂ ਨੂੰ ਕਹਿੰਦੇ ਨੇ ਉੱਥੇ, ਅਸੀਂ ਤਾਂ ਉੱਥੇ ਬੈਠੀਆਂ ਸੀ। ਉੱਥੇ ਬੈਠੀਆਂ ਰਾਤ ਨੂੰ ਹੁਣ ਕੀ ਪਤਾ ਲੱਗਦਾ। ਕੂਕਾ ਰੋਈ ਤਾਂ ਭਾਈ ਬੰਦਿਆਂ ਦੀ ਪੈਂਦੀ ਸੀ ਜਦੋਂ ਇਹ ਜਿਹਾ ਕੁਛ ਕਰਿਆ ਉਹਨਾਂ ਨੇ। ਫਿਰ ਜਿਵੇਂ ਸਾਡਾ ਕਮਰਾ ਇੱਕਣ ਕਮਰੇ 'ਚ ਸਾਡੀ ਦੋ ਤੈਨੂੰ ਕੋਲ ਕੁੜੀ ਸੀ, ਉਹ ਬਾਬਾ ਸੀ, ਉਹ ਰੋਂਦੀ ਸੀ, ਉਹਨੂੰ ਖੜਿਆਉਂਦੀ ਜੇ ਫਿਰਦੀ ਸੀ ਵੀ ਚੱਲ ਰੋਂਦੀ ਹੈ ਬਰਿਆਲਾਂ। ਅਤੇ ਸਾਡਾ ਦੋਹਤਾ ਦਿਸਿਆ ਭਾਈ ਐ ਮੂਹਰੇ ਹੀ ਪਿਆ। ਫਿਰ ਉਹ ਆਣ ਕੇ ਸਾਨੂੰ ਲੱਗ ਗਈ ਵੀ ਆਪਾਂ ਤਾਂ ਜਿਵੇਂ ਐਂ ਹੋ ਗਏ ਵੀ ਆਪਾਂ ਨੂੰ ਤਾਂ ਨੁਕਸਾਨ ਬਹੁਤ ਹੋਇਆ ਪਿਆ। ਵੀ ਅਸੀਂ ਭੱਜ ਕੇ ਦੇਖਿਆ ਭਾਈ, ਸਾਡੇ ਮੇਰੇ ਨਾਲ ਜਵਾਕ ਦਿਸੇ ਨੇ, ਨਾ ਮੇਰਾ ਪਿਓ ਭਾਈ ਦਿਸਿਆ। ਸਾਡੇ ਘਰਦਿਆਂ ਦੀ ਇੱਕ ਬਾਂਹ ਦਿਸੀ ਸੀ, ਉੱਥੇ ਕੁਛ ਨਹੀਂ ਦਿਸਿਆ ਨਾ ਭਾਈ। ਫਿਰ ਸਾਨੂੰ ਉੱਥੇ ਖੜ੍ਹਨ ਦਿੱਤਾ। ਫਿਰ ਤਾਂ ਫੜ ਕੇ ਚੜ੍ਹਾ ਕੇ ਟੈਂਕਾਂ 'ਚ ਕਦੇ ਕਿਤੇ ਸਿੱਟੀਆਂ ਕਦੇ ਕਿਤੇ। ਫਿਰ ਮਹੀਨਾ ਵੇੜਾ ਪੂਰਾ ਕਰਕੇ ਬਸ ਘਰੇ ਆ ਗਈਆਂ, ਵਕਤ ਵੇੜਾ ਕੱਟ ਕੇ। ਨਾ ਟੱਬਰ ਮਾਰਿਆ ਨਾ ਇੱਦਾਂ ਕੱਟੀਆਂ ਭਾਈ, ਕੁਛ ਨਹੀਂ ਸਾਨੂੰ ਦਿਖਾਇਆ ਵੀਰੇ। ਤੈਨੂੰ ਦੱਸਿਆ ਇੱਕ ਤਾਂ ਮੇਰਾ ਸਾਡਾ ਦੋਹਤਾ ਸਾਹਮਣੇ ਪਿਆ ਉੱਤੇ ਦਿਸਿਆ, ਇੱਕ ਘਰਦਿਆਂ ਦੀ ਥੋੜ੍ਹੀ ਜਿਹੀ ਬਸ ਇੱਕ ਬਾਂਹ ਦੀ ਸੀ, ਕੁਛ ਨਹੀਂ ਦਿਸਿਆ ਉੱਥੇ ਵੀਰਾ। ਜਦੋਂ ਉਹ ਦੇਖ ਲਿਆ ਫਿਰ ਸਾਨੂੰ ਉਹਦੀ ਉਹਨਾਂ ਨੇ ਕੱਢ ਕੇ ਬਾਹਰ ਕਰਤਾ। ਸਾਡੇ ਘਰਦਿਆਂ ਕੋਲ ਰੁਪਈਏ ਵੀ ਸੀ, ਵੀ ਬਾਹਲੀਆਂ ਲਾ ਕੇ ਫੜਾਈਆਂ ਸੀ ਕਿਤੇ ਤੋਲੇ ਦੀਆਂ, ਉਹ ਲਾ ਕੇ ਫੜਾਉਂਦੇ ਵੀ ਕੀ ਪਤਾ ਹੁੰਦਾ। ਕਿਸੇ ਨੇ ਸਾਨੂੰ ਉਹਦੇ ਕੋਲ ਨਹੀਂ ਜਾਣ ਦਿੱਤਾ, ਨਾ ਦੋਹਤੇ ਦੇ ਨਾ ਸਾਡੇ ਘਰਦਿਆਂ ਦੇ। ਦੱਸੀ ਤਾਂ ਨਹੀਂ ਪਈ। ਦੇਖਦੇ ਮੇਰੇ 2 ਤਾਂ ਕੁੜੀਆਂ ਮੁੱਕੀਆਂ, ਇੱਕ ਮੇਰਾ ਕਾਕਾ, ਇੱਕ ਘਰ ਦੇ, ਇੱਕ ਮੇਰਾ ਪਿਓ, ਇੱਕ ਭਾਈ, ਇੱਕ ਦੋਹਤਾ ਅਤੇ ਇੱਕ ਮਾਮਾ ਸੀ ਇਹਨਾਂ ਦਾ। ਹੋਰ ਇੱਥੋਂ ਵੀ ਹਾਂ ਇੱਕ ਕੁੜੀ ਮਰੀ ਆ 20-21 ਸਾਲਾਂ ਦੀ ਸੀ ਉਦੋਂ। ਇੱਕ ਕਿਸੇ ਦੀ ਬਹੂ ਮਰੀ, ਇੱਕ ਇਹ ਜੱਗੇ ਦੀ ਬਹੂ ਮਰੀ ਸੀ। 4 ਘਰਾਂ ਨੂੰ ਨੁਕਸਾਨ ਹੋਇਆ ਸਾਡਾ ਭਾਈ। ਇਹਨਾਂ ਇੱਕ ਜਾਣਾ ਸੀ ਸਾਡਾ। ਮੇਰਾ ਭਾਈ ਲੋਕੇ ਬੈਠੇ ਜਿਹੜੀ ਸਰਾਂ ਕਹਿੰਦੇ ਨੇ, ਮੈਂ ਤਾਂ ਭਾਈ ਪਤਾ ਨਹੀਂ ਸਰਾਂ ਸੀ, ਕਹਿੰਦੇ ਵੀ ਉਹ ਸਰਾਂ ਸੀ।
ਉੱਥੇ ਅਸੀਂ ਲੋਕ ਲਾ ਕੇ ਬਥੇਰਾ ਬੈਠੇ ਹਾਂ, ਪਰ ਜਦੋਂ ਛੱਡੇ ਹੀ ਨਹੀਂ ਕੁਛ ਉੱਥੇ ਫਾਈਲ ਤਾਂ ਜਿੱਦੇ ਅਸੀਂ ਵਾਗੇ ਹੋਣ ਲੱਗ ਗਏ। ਦੇਖੋ ਫਿਰ ਜਿੰਨੇ ਚਿਰ ਅਸੀਂ ਬੈਠੇ ਖੜੇ ਰਹੇ ਫਾਈਲ ਤਾਂ ਹੁਣ ਬੰਦ ਹੀ ਨਹੀਂ ਹੋਈ ਸੀ ਵੀਰਾ। ਇੱਕ ਥੋੜ੍ਹਾ ਚਿਰ ਬੰਦ ਹੋਈ ਸੀ, ਤੈਨੂੰ ਦੱਸਿਆ ਵੀ ਫਿਰ ਨਹੀਂ, ਫਿਰ ਚੱਲਣ ਲੱਗ ਗਈ। ਅਸੀਂ ਇਹ ਚੌਥੇ ਦਿਨ ਮਕਾਤੇ ਭਾਈ ਤੜਕੇ, ਫਿਰ ਬੰਦ ਹੋਈ ਗੋਲੀ। ਅਸੀਂ ਬਚਾ ਕੇ ਉੱਥੇ ਬੈਠੇ ਰਹੇ, ਕਣਕ ਦੀਆਂ ਬੋਰੀਆਂ ਸੀ ਪਾਸਿਆਂ, ਅਸੀਂ ਲੋਕ ਲਾ ਕੇ ਬਹਿ ਗਏ। ਬਸ ਗੋਲੀ ਬੰਦ ਹੋ ਗਈ। ਅਸਲ ਤਾਂ ਜਦੋਂ ਅਸੀਂ ਇਹ ਮੁੱਕ ਗਏ ਸਾਡੀ ਵਾਰੀ ਗੋਲੀ ਬੰਦ ਹੋ ਗਈ ਭਾਈ। ਨਹੀਂ ਸਾਡੀ ਕਿਹੜਾ ਉੱਥੇ ਕੋਈ ਫਾਲ ਪੁੱਗਣੀ ਸੀ, ਮੈਂ ਵੀ ਮੁੱਕ ਜਾਂਦੀ। ਆਹ ਕੁੜੀ ਮੈਂ ਸਮਾਰ ਕੇ ਆਪਦੇ ਐਂ ਢਿੱਡ ਜਿਹਾ ਲਾ ਕੇ ਲੁਕੋ ਕੇ ਰੱਖ ਲਈ, ਮੈਂ ਮਰ ਗਈ ਨਾਲ ਹੀ ਮਰ ਜੇ ਇਹ ਰੋਲੇ ਨਾਲ। ਫਿਰ ਦੋ ਭਾਈ ਇਹ ਤਾਂ ਛੋਟੀਆਂ ਸੀ, ਉਹ ਮੈਂ ਦੇਖਾਂਗਾ ਵੀ ਨਹੀਂ, ਨਾ ਜਵਾ ਕੇ ਦੇਖਾਂ ਕਿਤੇ। ਲੋਕੇ ਤਾਂ ਬਥੇਰੇ ਸੀ ਭਾਈ, ਫਿਰ ਜਦੋਂ ਲੋਕੇ ਛੱਡੇ ਹੀ ਨਹੀਂ ਉੱਥੇ। ਪਰ ਜਗ੍ਹਾ ਦਾ ਨਹੀਂ ਮੈਨੂੰ ਪਤਾ ਵੀਰਾ ਕੀ ਜਗ੍ਹਾ ਸੀ ਉਹ, ਕਿਤੇ ਨਾ ਬੈਠੇ ਰਹੇ ਭੁੱਖੇ ਤੇ ਆਏ। ਪਾਣੀ ਵੀ ਨਹੀਂ ਮਿਲਿਆ। ਫਿਰ ਪਾਣੀ ਵੀ ਮੇਰੀ ਨਣਦ ਨੇ ਚੁੰਨੀਆਂ ਨਾਲ ਪੁਣ ਕੇ ਮੂੰਹ ਗਿੱਲੇ ਕਰੇ। ਆਹ ਡੁੱਲਿਆ ਹੋਇਆ ਪਾਣੀ ਜਿਵੇਂ ਉੱਥੇ ਡੁੱਲਿਆ ਫਿਰਦਾ ਸੀ, ਉਹ ਪੁਣ ਕੇ ਸਾਡੇ ਮੂੰਹਾਂ ਨੂੰ ਲਾਏ। ਇਹੋ ਜਿਹਾ ਵੇਲਾ ਕੱਟਿਆ ਵੀਰਾ ਭੁੱਖਿਆਂ ਤੇ ਆਇਆ ਨਹੀਂ। ਫਿਰ ਜਿਹੜਾ ਜਦੋਂ ਸਿੱਟੇ ਆ ਉਦੋਂ ਕੋਈ ਬਿਸਕੁਟ ਦੇ ਦਿੰਦਾ, ਕੋਈ ਰੋਟੀ ਦੇ ਦਿੰਦਾ, ਮਾੜੀ ਮੋਟੀ ਕੁਛ ਨਹੀਂ ਸੀ, ਪਰ ਟਾਈਮ ਪਾਸ। ਫਿਰ ਸਾਨੂੰ ਇੱਥੇ ਕਈ ਦਿਨਾਂ ਮਗਰੋਂ ਇੱਥੇ ਸੰਗਰੂਰ ਲਿਆਂਦਾ। ਇੱਥੋਂ ਸਾਡੇ ਪਿੰਡੋਂ ਬਹੁਤ ਬੰਦੇ ਗਏ ਉੱਥੇ ਰੋਟੀ ਰਾਟੀ ਲੈ ਕੇ। ਫਿਰ ਅਸੀਂ ਸੰਗਰੂਰੋਂ ਕਈ ਦਿਨਾਂ ਮਗਰੋਂ ਇੱਥੇ ਛੱਡੀਆਂ। ਫਿਰ ਘਰੇ ਆਈ ਵੀਰਾ ਮੈਂ। ਉੱਥੇ ਵੀ ਮਰੇ ਨੇ, ਸਾਡੇ ਕੋਲ ਵੀ ਮਰੇ ਨੇ ਇੱਕ ਦੋ। ਇਹ ਤਾਂ ਸੀ ਤਾਂ ਮਾਰੇ ਨੇ। ਕੋਈ ਕੋਸ਼ਟ ਨਹੀਂ ਕਿਸੇ ਨੇ ਕਰੀ, ਨਾ ਸਾਨੂੰ ਪਤਾ ਲੱਗਿਆ ਭਾਈ ਜਿਵੇਂ ਤੈਨੂੰ ਝੂਠ ਮਾਰਾਂ। ਅਸਲ ਵੀਰਾ ਮੈਂ ਜਦੋਂ ਗਈ ਨਹੀਂ ਸੀ, ਮੈਨੂੰ ਗੁਰਦੁਆਰੇ ਦਾ ਨਹੀਂ ਪਤਾ ਵੀ ਕਿਵੇਂ ਆ ਉਹ। ਉਦੋਂ ਹੀ ਗਈ ਸੀ, ਉਦੋਂ ਉਹਨੂੰ ਕੀ ਪਤਾ ਲੱਗਦਾ, ਹਨੇਰੇ ਹੋਏ ਗਏ, ਉਦੋਂ ਹੀ ਸਾਡੇ ਤੇ ਆ ਕੁਛ ਹੋਣ ਲੱਗ ਗਿਆ। ਫਿਰ ਕੀ ਦਿਸਦਾ, ਫਿਰ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਆ ਕੀ ਕੁਛ ਹੋਈ ਜਾਂਦਾ। ਸਾਰਾ ਟੱਬਰ ਵਗ ਗਿਆ ਸੀ। ਸਾਡੇ ਮਾਂ ਤੇ ਕੁੜੀਆਂ ਬੱਚੀਆਂ ਸੀ। ਲੈ ਕੇ ਕਿੱਥੋਂ ਵੀ ਆ ਸਾਰਿਆਂ ਨੇ ਜੇਲ੍ਹ ਕੱਟੀ, ਜਿੰਨੇ ਬਚ ਗਏ ਜੇਲ੍ਹ ਕੱਟ ਕੇ ਫਿਰ ਕਦੇ ਕਿਤੇ ਲੈ ਕਿਤੇ, ਫਿਰ ਆਪਦੇ ਜ਼ਿਲ੍ਹਿਆਂ 'ਚ ਛੱਡੇ, ਫਿਰ ਜ਼ਿਲ੍ਹਿਆਂ 'ਚ ਛੱਡੇ ਆ। ਪਤਾ ਨਹੀਂ ਵੀਰਾ ਕੀ ਆਖਿਆ ਹੁਣ, ਕਿਹੜਾ ਮੈਨੂੰ ਪਤਾ ਹੈ। ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਵੀਰਾ। ਜਦੋਂ ਇੰਨਾ ਨੁਕਸਾਨ ਹੋ ਗਿਆ ਵੀਰਾ, ਇੱਕ ਬੰਦੇ ਦਾ ਨੁਕਸਾਨ ਝੱਲਣਾ ਔਖਾ। ਮੈਂ ਘਰਦਿਆਂ ਦਾ 4 ਦਾ, 2 ਰਿਸ਼ਤੇਦਾਰਾਂ ਦਾ 4 ਦਾ। ਫਿਰ ਮੈਂ ਤਾਂ ਅੰਤੋਂ ਤੱਕਣੀ ਵੀਰਾ ਵੀ ਤੁਰੀ ਫਿਰਦੀ ਹਾਂ। ਉੱਥੇ ਸੱਜਰਾ ਜਦੋਂ ਇਹੋ ਜਿਹਾ ਕੁਛ ਹੋਇਆ ਸੀ ਭਾਈ, ਮੇਰਾ ਕੀ ਇੱਥੇ ਜਿਉਣ ਸੀ ਕੀ ਵੀਰਾ, ਚੱਲਣਾ ਔਖਾ। ਇੱਕ ਮੈਂ ਆਪਦੇ ਘਰ ਦੇ ਪਰਿਵਾਰ ਵੀ, ਪਿਓ ਕਿਹੜਾ ਦੂਰੋਂ ਸੀ, ਭਾਈ ਕਿਹੜਾ 4 ਜਵਾਕ ਛੱਡ ਕੇ ਮਰੇ ਸੀ, ਉਹ ਸੀ ਫੁੱਟ ਮਾਰ। 4 ਆਪਦੇ ਮੁੱਕ ਗਏ ਵੀਰਾ, ਇੱਕੋ ਹੀ ਮੇਰੇ ਜਵਾਕ ਉਹੀ ਨਾ ਰਿਹਾ। ਮੈਂ ਹੁਣ ਉਹਦੇ ਪੁੱਤ ਬਿਨਾਂ ਨੇਰ ਪਿਆ ਪਿਆ ਮੇਰੇ ਘਰ ਵੀਰਾ। ਇਹ ਤਾਂ ਉਸ ਜਗ੍ਹਾ 'ਤੇ ਗਏ ਹੀ ਨਹੀਂ ਸੀ, ਉਹ ਵੀ ਨਹੀਂ ਸੀ ਗਿਆ, ਮੈਂ ਵੀ ਨਹੀਂ ਸੀ ਗਈ ਕਦੇ। ਇਹ ਤਾਂ ਜੇ ਅਸੀਂ ਗੱਡੀ ਲਈ ਤਾਂ ਵੀਰਾ ਭਾਗੇ ਇਹਨਾਂ ਦੇ ਸੀਗੇ ਨਾਲ, ਕਾਹਨੂੰ ਜਾਂਦੇ ਸੀ ਅਸੀਂ। ਸਾਰਾ ਦਿਨ ਹੀ ਭੁੱਲਦਾ ਵੀਰਾ, ਮੈਂ ਤੁਰਨੋਂ ਰਹੀ ਪਈ ਹਾਂ, ਸਾਰਾ ਦਿਨ ਹੀ ਭੁੱਲਦੀ ਕਿਸੇ ਗੱਲ। ਮੈਨੂੰ ਯਾਦ ਹੁਣ ਬਾਹਲਾ ਲੱਗਦਾ। ਪਹਿਲਾਂ ਤੰਤ ਸੀ, ਮੈਂ ਤੁਰੀ ਫਿਰਦੀ ਸੀ, ਹੁਣ ਤਾਂ ਮੈਂ ਵੀਰਾ ਪੂਰਾ ਮਸਾਂ ਘਰੇ ਕਰਦੀ ਹਾਂ। ਦੇਖ ਲਾ ਕਿੰਨੀ ਖੂਬ ਭਾਈ, ਉਦੋਂ ਕਈ ਸਾਲ ਹੋ ਗਏ। ਹੁਣ ਮੇਰੀ 70-75 ਸਾਲ ਦੀ ਉਮਰ ਹੋਈ ਵੀ। ਜੱਗੇ ਨੇ ਦੱਸਿਆ ਭਾਈ, ਮੇਰੇ ਯਾਦ ਨਹੀਂ, ਕਿਹੜਾ ਸਰਕਾਰ ਨੇ ਸਾਨੂੰ, ਖਣੀ ਸਰਕਾਰ ਨੇ ਦਿੱਤਾ, ਖਣੀ ਗੁਰਦੁਆਰੇ, ਮੈਨੂੰ ਟਾਈਮ ਨਹੀਂ ਪਤਾ ਹੈਗਾ ਉਦੋਂ ਕੀ ਦਿੱਤਾ ਹੀ ਸੀ ਸਾਨੂੰ। ਪਤਾ ਨਹੀਂ 10-10 ਹਜ਼ਾਰ ਦਿੱਤਾ ਸੀ, ਪਤਾ ਨਹੀਂ ਭਾਈ 20 ਵੀ ਦਿੱਤਾ ਸੀ। ਇਹ ਜੱਗੇ ਨੂੰ ਸਾਰਾ ਪਤਾ ਹੈ। ਉਦੋਂ ਮੁੜ ਕੇ ਸਾਨੂੰ ਕਿਸੇ ਨੇ ਕੁਛ ਨਹੀਂ ਦਿੱਤਾ ਕਰਿਆ। ਅਤੇ ਹੁਣ ਤੁਹਾਡੇ ਮੂੰਹ ਜਦੋਂ ਆ ਜਾਂਦੇ, ਫਿਰ ਲੋਕਾਂ ਨੂੰ ਐਂ ਹੁੰਦੇ ਵੀ ਇਹਨਾਂ ਦੇ ਖਣੀ ਕੀ ਦੇ ਕੇ ਗਏ ਨੇ, ਵੀ ਇਹਨਾਂ ਨੂੰ ਕੁਛ ਦੇ ਕੇ ਗਏ ਨੇ। ਲੋਕ ਐਂ ਸ਼ੱਕ ਕਰਦੇ, ਜਿਵੇਂ ਕੋਈ ਗੱਲ ਕਹਿੰਦੀ ਤੇਰੇ ਕੋਲ ਬਥੇਰੇ ਪੈਸੇ ਆ। ਫਿਰ ਮੈਂ ਕਹਿੰਦੀ ਵੀ ਜੇ ਮੇਰੇ ਕੋਲ ਸਭ ਕੋਲ ਹੀ ਹੋਣ। ਪਰਿਵਾਰ ਕਿਵੇਂ ਚੱਲਦਾ ਵੀਰਾ, ਵੇਲਾ ਪੂਰਾ ਕਰ ਦਿੰਦੀਆਂ। ਮੇਰੀ ਵੱਡੀ ਕੁੜੀ ਸੀ, ਇਹ ਛੋਟੀ ਸੀ, ਮੈਂ ਅਤੇ ਵੱਡੀ ਕੁੜੀ ਇੱਕ ਤਾਂ ਮੈਂ ਰੱਖਦੀਆਂ ਵੀਰਾ। ਫਿਰ ਅਸੀਂ ਲੋਕਾਂ ਦਾ ਕੰਮ ਕਰਦੀਆਂ। 6-7 ਮਹੀਨੇ ਤਾਂ ਅਸੀਂ ਬੈਠੀਆਂ ਰਹੇ ਹਾਂ ਭਾਈ, ਜਮਾਂ ਹੀ ਬੈਠੀਆਂ ਰਹੀਆਂ, ਰੋਈ ਜਾਂਦੀਆਂ, ਕਲਾਈ ਜਾਂਦੀਆਂ ਨੇ ਵੱਡੀ ਕੁੜੀ ਨੇ ਮੈਂ। ਵੀ ਸਾਡੇ ਇੱਥੇ ਇੱਕ ਬੁੜੀ ਆਦੀ ਵੀ ਤੁਸੀਂ ਰੋਇਆ ਕਾਲਿਆ ਨਾ ਕਰੋ, ਕੰਮ ਕਰਿਆ ਕਰੋ ਉੱਠ ਕੇ, ਵੀ ਤੁਹਾਡਾ ਵੇਲਾ ਪੂਰਾ ਨਹੀਂ ਹੋਣਾ। ਇਹ ਅਸੀਂ ਵੀਰਾ ਹੌਲੀ ਹੌਲੀ ਕੰਮ ਕਰਨ ਲੱਗ ਗਈਆਂ। ਫਿਰ ਲੋਕਾਂ ਦੇ ਕੰਮ ਕਰਦੀਆਂ ਸੀ ਦਿਹਾੜੀ ਵਾਂਗੂ। ਸੁਣ ਤਾਂ ਨਹੀਂ ਪਤਾ ਭਈ ਤਾਣਾ ਬੁਣਦੀਆਂ, ਉਹ ਮੇਰੀ ਕੁੜੀ ਉਹ ਬੁਣਦੀ, ਮੈਂ ਉਤਲਾ ਕੰਮ ਕਰਦੀ, ਉਹਦਾ ਸੱਖਣੀ ਕਾਨਾ ਹੋਰ ਮੈਂ ਰੱਖਦੀ, ਉਹ ਸਾਂਭਦੀ, ਕੱਖ ਵੱਢ ਕੇ ਲਿਆਉਂਦੀਆਂ ਮਾਂ ਧੀਆਂ ਅਸੀਂ ਖੇਤਾਂ 'ਚੋਂ। ਟਾਈਮ ਪਾਸ ਕਰਿਆ ਭਾਈ। ਹੁਣ ਮੈਂਸ ਵੀ ਨਹੀਂ ਰੱਖੀ ਜਾਂਦੀ ਭਾਈ, ਹੁਣ ਮੈਂਸ ਵੀ ਵੇਚਤੀ। ਹੁਣ ਕਾਰੋਬਾਰ ਸਾਡਾ ਕੀ ਭਾਈ 2 ਕਿੱਲਾ ਰੱਖਦਾ, ਉਹਦਾ ਠੇਕਾ ਹੈ ਸ਼ਾਇਦ, ਉਹਨੇ ਟਾਈਮ ਪਾਸ ਕਰਦੇ ਹਾਂ। ਘਰ ਪਾਇਆ ਭਾਈ, ਜ਼ਮੀਨ ਵੇਚ ਕੇ ਡਿੱਗ ਪਿਆ ਸੀ, ਸਤੀਰੀਆਂ ਤੇ ਸੀਸੀਆਂ ਟੁੱਟ ਗਈਆਂ, ਡਿੱਗ ਪਿਆ। ਬੈਠਣਾ ਸੀ ਫਿਰ ਕੁੜੀ ਵੱਡੀਆਂ ਦੀ ਵੀ, ਜਿਹੜੀ 2 ਬਿੱਘੇ ਜ਼ਮੀਨਾਂ ਤੇ ਨਾਲ ਨਹੀਂ ਜਾਣੀ, ਵੀ ਘਰ ਪਾ ਲਾ, ਬਹਿ ਤਾਂ ਜਾਮੀਗੀ। ਫਿਰ ਅਸੀਂ ਭਾਈ 2 ਕਨਾਲ 80 ਲੱਖ ਦੀਆਂ ਵੇਚ ਕੇ ਘਰ ਪਾਇਆ। ਜਿੰਨਾ ਕੁ ਉਹਨਾਂ ਨੂੰ ਪੈ ਗਿਆ ਉਹਨਾਂ ਹੀ ਖੜਾ ਬਸ। ਨਾ ਮੈਂ ਕਿਤੇ ਨਹੀਂ ਗਈ ਭਾਈ, ਨਾ ਮੰਗ ਕਰੀਏ ਕਿਸੇ ਤੋਂ, ਨਾ ਗਈਆਂ ਕਿਤੇ, ਨਾ ਵੀਰਾ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੈ। ਜੇ ਮੈਂ ਆਖਾਂ ਵੀ ਮੈਂ ਫਿਰਦੀ ਹਾਂ, ਮੈਂ ਫਿਰ ਨਹੀਂ ਸਕਦੀ, ਨਾ ਮੈਂ ਗਈ ਹਾਂ ਕਦੇ।
ਹੁਣ ਜੱਗੀ ਹੁਣੀ ਵੀ ਨਹੀਂ ਕਿਤੇ ਗਏ, ਨਾ ਜੱਗੀ ਹੁਣਾਂ ਨੇ ਦੱਸਿਆ ਕਦੇ ਮੈਨੂੰ ਵੀ ਆਹ ਗੱਲ ਐ ਆ ਚਾਚੀ ਕਿ ਜਾਂ ਕਿਵੇਂ ਆ, ਐਵੇਂ ਨਹੀਂ ਦੱਸਿਆ ਇਹਨਾਂ ਨੇ ਵੀਰਾ ਕਦੇ। ਉਹ ਕਹਿੰਦੇ ਤਾਂ ਵੀ ਰੂਟ ਮਿਲੇ ਨੇ ਫਲਾਨਾ ਮਿਲਿਆ, ਪਰ ਸਾਨੂੰ ਭਾਈ ਕੁਛ ਨਹੀਂ ਮਿਲਿਆ, ਇਹਨਾਂ ਨੂੰ ਹੀ ਨਹੀਂ ਮਿਲਿਆ। ਹੁਣ ਜੇ ਮਿਲਦਾ ਦੱਸਦੀ, ਸਾਨੂੰ ਨਹੀਂ ਕੁਛ ਦਿੱਤਾ। ਬਸ ਕੀ ਨਾ ਉਹ 20,000 ਪਤਾ ਨਹੀਂ 10 ਦੇ ਕੇ ਫੇਰ ਨਹੀਂ ਦਿੱਤਾ। ਬਾਹਲੇ ਸਾਲ ਹੋ ਗਏ, ਥੋੜ੍ਹਾ ਚਿਰ ਮਗਰ ਹੀ ਦਿੱਤੇ ਸੀ, ਮੁੜ ਕੇ ਨਹੀਂ ਕਿਸੇ ਨੇ ਦਿੱਤਾ। ਲੈ 3 ਮਹੀਨੇ ਮਗਰੋਂ ਆਈ ਮੈਂ, ਮਹੀਨੇ ਡੂਢ ਮਹੀਨੇ ਮਗਰੋਂ ਆਈਆਂ ਛੱਡੀਆਂ। ਜੱਗਾ 3 ਮਹੀਨੇ ਮਗਰ, ਜੱਗੀ ਦੀ ਭੈਣ 3 ਮਹੀਨੇ ਮਗਰੋਂ ਆਈ। ਜੱਗੇ ਦਾ ਮੁੰਡਾ ਸੀ, ਉਹਦੇ ਕੋਲ ਚੱਕਿਆ ਹੋਇਆ, ਬਹੁਤ ਮਰ ਗਈ ਸੀ ਮੁੰਡਾ, ਫਿਰ ਇਹਨੇ ਰੱਖਿਆ ਉੱਥੇ, 60 ਵੱਜੀ ਸੀ ਨਾ। ਅਤੇ ਇਹ 3 ਮਹੀਨੇ, 3 ਮਹੀਨੇ, ਮੇਰੀ ਸੱਸ ਵੀ 3 ਮਹੀਨੇ ਮਗਰੋਂ ਆਈ। ਅਸੀਂ ਮਹੀਨੇ ਮਗਰੋਂ ਛੱਡਤੀ ਸੀ ਭਾਈ, ਨਾ ਕੋਈ ਨਹੀਂ ਮਿਲਿਆ ਭਾਈ। ਉਧਰ ਜੱਗਾ ਸਿੰਘ ਨੇ 1984 ਦੇ ਉਸ ਖੂਨੀ ਦਿਨ 'ਚ ਆਪਣੇ ਛਲਨੀ ਹੋਏ ਸਰੀਰ ਨੂੰ ਦਿਖਾਉਂਦੇ ਹੋਏ ਕਿਹਾ ਕਿ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਦਹਿਲ ਉੱਠਦੇ ਹਨ। ਉਹਨਾਂ ਨੇ ਇੱਕ ਨਵਾਂ ਟਰੱਕ ਲਿਆ ਸੀ, ਘਰ ਵਿੱਚ ਖੁਸ਼ੀ ਦਾ ਮਾਹੌਲ ਸੀ, ਜਿਸ ਦੇ ਚੱਲਦਿਆਂ ਪਿੰਡ ਦੇ ਕਈ ਪਰਿਵਾਰਾਂ ਦੇ ਨਾਲ ਖੁਸ਼ੀਆਂ ਮਨਾਉਣ ਦੇ ਲਈ ਦਰਬਾਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ ਸਨ। ਉਹ ਦੱਸਦਾ ਹੈ ਕਿ ਉਸ ਮਾਹੌਲ ਵਿੱਚ ਸਾਡੇ ਨਾਲ ਗਏ ਇੱਕ ਪਰਿਵਾਰ ਦੇ 8 ਮੈਂਬਰ ਉੱਥੇ ਮਾਰੇ ਗਏ। ਜੱਗਾ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਨੂੰ ਵੀ ਮਾਰ ਦਿੱਤਾ ਗਿਆ ਅਤੇ ਸਾਡੇ ਨਾਲ ਗਏ ਪਿੰਡ ਦੇ 2 ਹੋਰ ਮੈਂਬਰ ਵੀ ਇਸ ਦੌਰਾਨ ਮਾਰੇ ਗਏ। ਉਸ ਮਾਹੌਲ ਵਿੱਚ ਮ੍ਰਿਤਕ ਪਰਿਵਾਰਾਂ ਦੀਆਂ ਲਾਸ਼ਾਂ ਵੀ ਉਹਨਾਂ ਨੂੰ ਨਹੀਂ ਮਿਲੀਆਂ। ਅਸੀਂ ਹੋਸ਼ ਵਿੱਚ ਆਏ ਤਾਂ 2 ਮਹੀਨੇ ਬੀਤ ਚੁੱਕੇ ਸਨ। ਜੋ ਬਚ ਗਏ, ਹੋਸ਼ ਵਿੱਚ ਆਉਣ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਸਾਡੇ ਪਰਿਵਾਰ ਤੋਂ ਮੈਂ ਸੀ, ਕਰਦੇ ਸੀ, ਸਾਡੇ ਬੇਟਾ ਸੀ ਮੇਰਾ, ਇੱਕ ਭੈਣ ਸੀ, ਇੱਕ ਭਾਈ ਸੀ, ਇੱਕ ਭਰਜਾਈ ਸੀ, ਇੱਕ ਉਹਦਾ ਬੇਟਾ ਸੀ, ਅਸੀਂ ਇੱਕ ਮਾਮਾ ਸੀ ਸਾਡਾ। 6-7 ਜਣੇ ਤਾਂ ਤਕਰੀਬਨ ਅਸੀਂ ਸੀ ਘਰ ਦੇ। ਬਾਕੀ ਸਾਡੇ ਆਂਢ ਗੁਆਂਢ ਜਿਵੇਂ ਜ਼ਿਮੀਂਦਾਰਾਂ ਦੇ ਹੁਣ ਹੁੰਦਾ ਹੀ ਹੈ ਵੀ ਉਹ ਸੱਦ ਲਿਆ, ਉਹ ਸੱਦ ਲਿਆ, ਜੋ ਮੱਥਾ ਟੇਕਣ ਸਾਡੀ ਗੱਡੀ ਜਾਂਦੀ ਹੈ। ਉਦੋਂ ਗੱਡੀਆਂ, ਹੁਣ ਤਾਂ ਗੱਡੀਆਂ ਘਰ ਘਰ ਖੜੀਆਂ ਨੇ, ਉਦੋਂ ਗੱਡੀ ਕੋਈ ਵੀ ਨਹੀਂ ਸੀਗੀ। ਮਤਲਬ ਜਿਹੜਾ ਜਾਂਦਾ ਸੀ ਕੋਈ ਜਾਂ ਆਪਦੀ ਰੇਲ 'ਤੇ ਜਾਂਦਾ, ਜਾਂ ਕੋਈ ਬੱਸ 'ਤੇ ਜਾਂਦਾ, ਜਾਂ ਕਿਸੇ ਟਰੱਕ ਲੈਂਦਾ ਮੱਥਾ ਟੇਕਣ, ਉਦੋਂ ਤਾਂ ਜਾਂਦਾ। ਤਾਂ ਮਤਲਬ ਜਦੋਂ ਅਸੀਂ 6 ਤਰੀਕ ਨੂੰ 3 ਤਰੀਕ ਨੂੰ ਸ਼ਾਮ ਨੂੰ ਪਹੁੰਚ ਗਏ, ਉਦੋਂ ਬਾਅਦ ਮਾਹੌਲ 'ਚ ਹੀ ਅੜ ਗਿਆ ਕੰਮ। ਮਾਹੌਲ 'ਚ ਐਂ ਅੜ ਗਿਆ, ਉੱਥੋਂ ਪਤਾ ਲੱਗਣ ਲੱਗ ਗਿਆ ਵੀ ਇੱਥੇ ਐਂ ਹੋਊਗਾ, ਇੱਥੇ ਐਂ ਹੋਊਗਾ। ਅਸੀਂ ਬਾਹਰੇ ਨਹੀਂ ਨਿਕਲਣਾ ਚਾਹਿਆ ਤਾਂ ਬਾਹਰੇ ਸਾਨੂੰ ਕਿਸੇ ਨੇ ਨਿਕਲ ਨਹੀਂ ਦਿੱਤਾ। ਕਹਿੰਦੇ ਵੀ ਨਹੀਂ, ਬਾਹਰ ਨਹੀਂ ਜਾ ਸਕਦਾ। ਬਾਹਰੋਂ ਕੋਈ ਆਈ ਜ਼ਿਆਦਾ ਸੀ, ਬਾਹਰੋਂ ਅਸੀਂ ਵੀ ਗਏ ਸੀ 6 ਵਜੇ, ਸਾਨੂੰ ਜਿਹੜੀ 7 ਵਜੇ ਵੀ ਨਹੀਂ ਬਾਹਰ ਹੋਣ ਦਿੱਤਾ। ਉਦੋਂ ਬਾਅਦ 'ਚ ਰਾਤ ਨੂੰ ਚਲੋ ਟੱਪਦੇ ਬਿਲਕਦਿਆਂ ਨੇ ਕੱਟੀ। ਦਿਨ ਚੜ੍ਹੇ ਤਾਂ ਦਿਨ ਤਾਂ ਕਿਹੜਾ ਚੜ੍ਹਨਾ ਸੀ, 5 ਵਜੇ ਨੂੰ ਤਾਂ ਫੈਰ ਹੀ ਹੋ ਗਿਆ, 4:45 ਵਜੇ। ਅਸੀਂ ਤਾਂ ਕੋਈ ਬੰਦਾ ਫਲੱਸ ਗਿਆ ਸੀ, ਕੋਈ ਬਾਥਰੂਮ ਗਿਆ ਸੀ, ਕੋਈ ਨਹਾਉਣ ਗਿਆ, ਦਰਸ਼ਨ ਕਰਨ ਗਿਆ ਵਾ ਸੀ, ਕੋਈ ਕਿਤੇ ਕੋਈ ਕਿਤੇ। ਅੱਡੋ-ਅੱਡੀ ਸਾਰੇ ਬੰਦੇ ਹੀ ਜਾਣੀ 5-7 ਸੀ, ਬਾਕੀ ਸਾਰਾ 42-43 ਜਾਣਿਆਂ ਤੋਂ ਅਸੀਂ ਖਿੰਡੇ ਵੀ ਸੀ ਸਾਰੇ ਅੱਡੋ-ਅੱਡੀ। ਹੌਲੀ ਹੌਲੀ ਮੇਰਾ ਖਿਆਲ ਹੈ ਵੀ 10 ਵਜੇ ਨੂੰ ਕਰੀਬ ਦੁਬਾਰਾ ਇਕੱਠੇ ਹੋਏ। ਫਾਇਰਿੰਗ ਕਿਹੜਾ ਦੇਖਣ ਵਾਲੀ ਚੀਜ਼ ਤੀ ਕੋਈ, ਉਹ ਫਾਇਰਿੰਗ ਤਾਂ ਦੇਖੀ ਨਹੀਂ ਅਸੀਂ। ਫਾਇਰਿੰਗ ਤਾਂ ਚੱਲਦੀ ਹੋਈ ਦਿੰਦੀ ਵੀ ਕਾਟ ਹੁੰਦੀ ਜਾਂਦੇ ਆ 4 ਸਪੇਰਾਂ। ਫਾਇਰਿੰਗ ਤਾਂ ਅਸੀਂ ਤਾਂ ਦੇਖਣ ਗਏ ਹੁੰਦੇ, ਜੇ ਫਾਇਰਿੰਗ ਤਾਂ ਅਸੀਂ ਤਾਂ ਸਵੇਰੇ ਕੋਈ ਫਲੱਸ ਗਿਆ, ਕੋਈ ਮੱਥਾ ਟੇਕਣ ਗਿਆ, ਨਹਾ ਕੇ ਉੱਧਰ ਦੀ ਉੱਧਰ ਵਗ ਗਿਆ, ਕੋਈ ਕਿਵੇਂ ਚਾਹ ਚੂ ਪੀ ਕੇ ਅੱਡੋ-ਅੱਡੀ। ਉਹਦਾ ਜਦੋਂ ਦੁਬਾਰਾ ਫਾਇਰਿੰਗ ਸਾਡੇ ਉਹ ਬਾਰ ਦੇ ਮੂਹਰੇ ਪਾਰਕਿੰਗ ਬਣੀ ਸੀ, ਜਿੱਥੇ ਹੁਣ ਮੰਜੀ ਸਾਹਿਬ ਦੇ ਮੂਹਰੇ, ਉਦੋਂ ਹੁਣ ਤਾਂ ਹੈ ਹੀ ਨਹੀਂ ਉੱਥੇ ਜਗ੍ਹਾ। ਉਹ ਪਾਰਕਿੰਗ ਦੇ ਵਿੱਚ ਆ ਕੇ ਜਦੋਂ ਧੂੰਆਂ ਰੋਲ ਹੋ ਗਿਆ, ਉਦੋਂ ਪਤਾ ਲੱਗਿਆ ਵੀ ਗੋਲੀ ਚੱਲ ਗਈ, ਫਾਇਰ ਹੋ ਗਿਆ। ਉਦੋਂ ਬਾਅਦ ਬਸ ਫਿਰ ਕਾਟ ਫਿਰ ਤਾਂ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਚੱਲੀਆਂ। ਇੱਕ ਮਿੰਟ 'ਚ 500 ਰਾਉਂਡ ਵੀ ਕਹਿ ਲੈ, 2-2000 ਵੀ ਕਹਿ ਲੈ, 100 ਵੀ ਕਹਿ ਲੈ, ਜਿੰਨਾ ਕਹਦੇ ਪਰ ਕਾਟ ਹੀ ਹੋਈ ਜਾਂਦੀ। ਉਦੋਂ ਬਾਅਦ ਉਹ ਤਾਂ ਉਹ ਦਿਨ ਲੰਘ ਗਿਆ, 4 ਤਰੀਕ ਵਾਲਾ ਲੰਘ ਗਿਆ ਸਾਰਾ ਦਿਨ, ਮੂਹਰੇ 5 ਵਾਲਾ ਲੰਘ ਗਿਆ। ਸੀ ਨੂੰ ਸਾਨੂੰ ਸ਼ਾਮ ਨੂੰ ਉੱਥੋਂ ਚੱਕਿਆ, ਉਹ ਤਾਂ ਚੱਲੀ ਗਈ ਹੈ ਗੋਲੀ। ਤਾਂ ਉਦੋਂ ਬਾਅਦ ਅਸੀਂ ਤਾਂ ਖੈਰ ਉੱਧਰ ਵਗ ਗਏ। ਉਦੋਂ ਬਾਅਦ ਖਬਰ ਕਿੰਨਾ ਕੁ ਚੱਲੀ ਹੈ। ਉਹ ਤਾਂ ਜਦੋਂ ਅਸੀਂ ਮੰਜੀ ਸਾਹਿਬ ਤੋਂ ਤੁਰ ਕੇ, ਸਾਨੂੰ ਉੱਥੇ ਕਿਹਾ ਬੰਦਿਆਂ ਨੇ, ਕਹਿੰਦੇ ਵੀ ਮੰਜੀ ਸਾਹਿਬ 'ਚ ਗੋਲੀਆਂ ਹੌਲੀ ਹੌਲੀ ਤਹਾਂ ਤੋਂ ਆਉਂਦੀ ਇੱਥੇ ਵੱਜਣ ਲੱਗ ਗਈ ਆ ਕੇ ਕੋਲੇ। ਉਹ ਵੱਜਣ ਲੱਗ ਗਈ ਤਾਂ ਉੱਥੋਂ ਉਹ ਬੰਦੇ ਕਹਿੰਦੇ ਵੀ ਤੁਸੀਂ ਇੱਥੋਂ ਨਿਕਲ ਜਾਓ, ਇੱਥੇ ਤੁਹਾਡੇ ਵੱਜਣਗੀਆਂ ਗੋਲੀਆਂ, ਹੋਊਗਾ। ਜਾਣੀ ਜਦੋਂ ਇੱਕ ਥਾਵੇਂ ਗੋਲੀ ਵੱਜਦੀ, ਇੱਕ ਥਾਵੇਂ 40 ਗੋਲੀਆਂ ਇਕੱਠੀਆਂ, 50 100 ਵੱਜ ਕੇ ਐਡੇ ਮੋਗੇ ਡੂੰਘੇ ਅਸੀਂ ਦੇਖਿਆ ਕਰੇ ਵੇ ਕੰਧਾਂ 'ਚ। ਉੱਤੇ ਸਿੱਕੇ ਨਾਲ ਲੱਤਾਂ ਫੂਕਤੀਆਂ ਸਾਰੀਆਂ। ਜਦੋਂ ਉੱਥੋਂ ਕਹਿੰਦੇ ਵਗ ਜਾਓ, ਅਸੀਂ ਫਿਰ ਉੱਥੋਂ ਗੁਰੂ ਰਾਮਦਾਸ ਸਰਾਂ ਵਗ ਗਏ। ਸਰਾਂ 'ਚ ਗਏ ਤਾਂ ਕੁਛ ਬੰਦੇ ਸਾਡੇ ਨਾਲ ਦੇ 20 ਬੰਦੇ, ਉਹ ਦੂਸਰੇ ਗੱਡੀ ਅੱਧਾ ਵਾਲੇ, ਉਹ ਉਹਨਾਂ ਸਾਰਾ ਪਰਿਵਾਰ ਘਰ ਦਾ ਸੀ, ਮਤਲਬ ਸਕੂਰੀਆਂ ਵਾਲੇ ਰਲਾ ਕੇ। ਸਾਡੇ ਨਾਲ ਵਿੱਚ ਪਿੰਡ ਦੇ ਮੈਕਸ ਬੰਦੇ ਸੀ। ਅਸੀਂ ਉੱਪਰ ਵਗ ਗਏ, ਇਹ ਥੱਲੇ ਰਹਿ ਗਏ। ਥੱਲੇ ਰਹੇ ਤਾਂ ਰਾਤ ਨੂੰ ਮਨ ਅੰਦਰ ਫੌਜ ਆ ਵੜੀ। ਅਸੀਂ ਨਹੀਂ ਦੇਖੀ ਫੌਜ ਬੜੀ ਕਦੋਂ, ਕਿਉਂ ਸਾਡੇ ਤਾਂ ਹੁਣ ਆਪਦੇ ਜਵਾਕ ਸੀ, ਸਾਡੇ ਤਾਂ ਆਪਦੀ ਸਾਂਭ ਸੰਭਾਈ ਲੋਟ ਆਉਂਦੀ ਸੀ। ਉਹ ਬੜੀ ਤਾਂ ਇਹ ਤਾਂ ਪਹਿਲੀ ਝਪਟ ਜੀ ਆ ਗਏ ਥੱਲੇ। ਤਾਂ ਇਹਨਾਂ ਦੇ ਵਿੱਚੋਂ ਮਤਲਬ 8 ਜਾਣੇ ਮਾਰਤੇ ਉਹਨਾਂ ਨੇ। ਮਾਰਤੇ ਖਬਰ ਨਹੀਂ, ਇਹ ਨਹੀਂ ਪਤਾ ਸਾਹਮਣੇ ਖੜਾ ਕੇ ਮਾਰੇ ਆ, ਇਹ ਨਹੀਂ ਪਤਾ ਗਰਨੇਟ ਨਾਲ ਮਾਰੇ ਆ।
8 ਮਰ ਗਏ। ਸਾਡੇ ਵੇਲੇ ਨੂੰ ਜਦੋਂ ਮਤਲਬ ਪਹੁੰਚੇ ਤਾਂ ਹਾਂ ਉਹਨਾਂ ਨੇ ਸਾਰੇ ਕਮਰਿਆਂ ਦੇ ਲੌਕ ਕਰਤੇ। ਲੌਕ ਕਰਕੇ 12 ਵਜੇ ਨੂੰ 1 ਵਜੇ ਨੂੰ ਉਹਨੇ ਇੱਕ ਗਰਨੇਟ ਮਾਰਿਆ ਕਮਰੇ 'ਚ ਹਰੇਕ 'ਚ। ਉਹ ਗਰਨੇਟ ਨਾਲ ਸਾਡੇ ਮਤਲਬ ਮੇਰੇ ਘਰ ਵਾਲੀ, ਸਾਡੀ ਚਾਚੀ, ਇੱਕ ਘਰਾਂ 'ਚੋਂ ਕੁੜੀ ਸੀ, ਇੱਕ ਅੰਮ੍ਰਿਤਸਰ ਜ਼ਿਲ੍ਹੇ ਦਾ ਬੰਦਾ ਸੀ, ਇਹਨਾਂ ਚਾਰਾਂ ਦੀ ਉਹ ਗਰਨੇਟ ਨੇ ਮੌਤ ਕਰੀ। ਬਾਕੀ ਕਮਰਿਆਂ 'ਚ ਹੁਣ ਤੁਹਾਨੂੰ ਪਤਾ ਵੀ ਕਿੰਨੇ ਕਿੰਨੇ ਬੰਦੇ ਸੀ, ਉਹਨਾਂ 'ਚ ਵੀ ਹੋਈ, ਅਸੀਂ ਨਹੀਂ ਦੇਖੀ ਉਹ ਕਿੰਨੇ ਸੀ। ਉਹ ਜਦੋਂ ਮੌਤ ਹੋਈ ਤਾਂ ਅਸੀਂ ਉੱਥੇ ਰਾਤ ਚੱਲ ਜਿਹੜਾ ਬਾਕੀ 4 ਘੰਟੇ ਨੇ ਕਰੇ ਤਾਂ 5 ਵਜੇ ਨੂੰ ਉਹਨਾਂ ਨੇ ਸਾਨੂੰ ਦੁਬਾਰੇ ਬਾਹਰ 'ਚ ਲਾ ਕੇ ਵੱਡੀਆਂ ਸਟੇਨਾਂ, ਵੱਡੇ ਗੰਨਾ ਮਤਲਬ ਖਾੜਕੂਵਾਦ ਕਹਿ ਕੇ ਖਾੜਕੂ ਨਿਕਲੋ ਬਾਹਰੇ, ਫਲਾਨਾ ਧਮਕਾ, ਗਾਲੀਆਂ ਗੂਲੀਆਂ ਵੀ ਕੱਢੀਆਂ, ਬੱਟ ਬੁੱਟ ਵੀ ਮਾਰੇ, ਬਹੁਤ ਗ੍ਰਿਫਤਾਰ ਕਰੇ। ਗ੍ਰਿਫਤਾਰ ਕਰਕੇ ਤਾਂ ਅਸੀਂ ਤੁਰੇ ਥੱਲੇ ਨੂੰ ਲਿਆਏ। ਗ੍ਰਿਫਤਾਰ ਕਰਕੇ ਇੱਕ ਕਮਰਾ ਖੋਲ੍ਹਦੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਥੱਲੇ ਲਿਆਉਂਦੇ ਸੀ। ਅਤੇ ਸਾਡੇ ਮਤਲਬ ਇਹ ਜਿਹੜਾ ਬੱਚਾ ਸੀ ਪੌਣੇ 1-2 ਸਾਲ ਦਾ, 2-2.25 ਸਾਲ ਦਾ ਸੀ, ਇਹ ਰਹਿ ਗਿਆ ਸੀ ਉੱਥੇ ਹੀ। ਇੱਕ ਮੁੰਡਾ ਹੋਰ ਰਹਿ ਗਿਆ ਸੀ। ਇਹ ਮਤਲਬ ਮਰੀ ਪਈ ਨੂੰ ਇਹਨੇ 2 ਘੰਟੇ ਚਾਹੇ 3 ਘੰਟੇ ਲਾ ਲਓ ਦੁੱਧ ਚੁੰਗਿਆ, ਉੱਥੇ ਰਿਹਾ ਉਹਦੇ ਕੋਲ। ਉਦੋਂ ਬਾਅਦ 'ਚ ਅਸੀਂ ਥੱਲੇ ਜਦੋਂ ਆਏ ਤਾਂ ਮੇਰੇ ਆਹ ਗੋਲੀ ਮਾਰੀ ਨਾਲ ਲਾ ਕੇ, ਪੌੜੀਆਂ 'ਚੋਂ ਥੱਲੇ ਉਤਰੇ ਜਦੋਂ ਨਿਕਲਦੇ ਤੇ ਆਹ ਗੋਲੀ ਵੱਜੀ। ਮੇਰੇ ਆਹ 24 ਗਰਨੇਟ ਦੇ ਰੌਣੇ ਵੱਜ ਗਏ। ਪਹਿਲਾਂ ਤਾਂ ਆਹ ਵੱਜੇ, ਇੱਧਰ ਦੀ ਆਹ ਵੱਜੇ, ਫਿਰ ਆਹ ਨਾਲ ਲਾ ਕੇ ਆਹ ਫਾਇਰ ਮਾਰਿਆ ਗੋਲੀ ਦਾ। ਇਹ ਵਿੱਚ ਹੀ ਰਹਿ ਗਿਆ, ਮਤਲਬ ਇਹਦੇ ਨੇੜੇ ਸੀ, ਐਂ ਨਾਲ ਲਾ ਕੇ ਵਿੱਚ ਰਿਹਾ। ਤਾਂ ਉੱਥੋਂ ਇੱਕ ਮੁੰਡਾ ਸੀ, ਉਹਨੇ ਘੜੀਸ ਕੇ ਮੈਨੂੰ ਐਂ ਲੈ ਗਿਆ ਦੂਰ, ਘੜੀਸ ਕੇ ਵਾਹਵਾ। ਮਤਲਬ ਜਿੰਨੇ ਬੰਦੇ ਮਗਰ ਪਏ ਸੀ, ਦਿਨ ਚੜ੍ਹ ਗਿਆ, ਉੱਥੋਂ ਅਸੀਂ ਬੈਠੇ ਰਹੇ। ਦਿਨ ਚੜ੍ਹੇ ਜਿੰਨੇ ਬੰਦੇ ਸੀ ਉਹਨੇ ਕੱਲੀ ਗੋਲੀ ਮਾਰ ਕੇ ਸਾਰੇ ਬੰਦੇ ਉਹ ਮਾਰਤੇ। 3 ਕੁ ਬੰਦੇ ਰਹੇ ਸਾਡੇ ਮੂਹਰੇ ਜਦੋਂ ਗੋਲੀ ਬੰਦ ਹੋਈ ਹੈ। ਨਾ ਜੀ, ਲਾਸ਼ਾਂ ਕਿਤੇ ਮਿਲੀਆਂ? ਮਿਲੇ ਤਾਂ ਆਪਦੇ ਸਰੀਰ ਮਸਾਂ ਨੇ ਆਪ ਨੂੰ। ਸਾਨੂੰ ਵੀ ਆਪਦਾ ਸਰੀਰ 63 ਦਿਨਾਂ ਬਾਅਦ ਮਿਲਿਆ। ਪਹਿਲਾਂ ਸਾਨੂੰ ਐਂ ਨਹੀਂ ਪਤਾ ਵੀ ਕਿਹਦੇ ਕੋਲੇ ਆ ਅਸੀਂ, ਕੌਣ ਸਾਨੂੰ ਰਾਖੀ ਕਰਦਾ, ਕੌਣ ਸਾਨੂੰ ਦਿੰਦਾ ਕੁਛ ਖਾਣ ਨੂੰ। ਖਾਣ ਨੂੰ ਦਿੱਤੇ ਹੀ ਨਹੀਂ ਕੁਛ ਖਾਣ ਨੂੰ, ਅਸੀਂ ਕੀ ਕਹੀਏ। ਖਾਣ ਨੂੰ ਸਾਨੂੰ ਜੋ ਦਿੰਦੇ ਸੀ ਹਸਪਤਾਲ ਦੇ ਵਿੱਚ, ਅਸੀਂ ਦਾਖਲ ਰਹੇ ਹਾਂ 63 ਦਿਨ। ਮਿੱਟੀ ਦੇ ਤੇਲ ਦਾ ਹੱਥ ਲਾ ਕੇ ਆਟੇ ਨੂੰ ਗੁੰਨੇ ਵੇ ਨੂੰ ਉਹ ਰੋਟੀਆਂ ਪਕਾ ਕੇ ਦਿੰਦੇ ਸੀ। ਸਾਬਤ ਭਰਿੰਡੀਆਂ ਐਡੀਆਂ ਉਹਦੀਆਂ ਬੀਆਂ ਦੀ ਤਰੀ ਵਾਲੀ ਦਾਲ, ਝਿੰਜਣਾ ਦੇ ਬੀਜ ਦੀ ਦਾਲ। ਇਹ ਹੁਣ ਆਪਾਂ ਨੂੰ ਕੀ ਪਤਾ ਵੀ ਗੌਰਮੈਂਟ ਦਿੰਦੀ ਸੀ ਜਾਂ ਫੌਜ ਦਿੰਦੀ ਸੀ ਜਾਂ ਕੋਈ ਠੇਕੇਦਾਰ ਦਿੰਦਾ ਸੀ। ਫਿੱਕੇ ਚੌਲ, ਇਹ ਨਹੀਂ ਪਤਾ ਵੀ ਸਾਨੂੰ ਗੁਰੂ ਤੇ ਅਸੀਂ ਤਾਂ ਗੁਰੂ ਰਾਮਦਾਸ ਹਸਪਤਾਲ ਹੈ, ਗੁਰੂ ਤੇਗ ਬਹਾਦਰ ਹਸਪਤਾਲ ਹੈ, ਉਹਦੇ 'ਚ ਸੀ ਇਹ। ਬਾਕੀ ਜਿਹੜਾ ਪਰਿਵਾਰ ਬਚਿਆ, ਸੱਟਾਂ ਤੋਂ ਬਚ ਗਿਆ, ਇਹ ਕੁਛ ਉੱਥੇ ਕੈਂਪ ਕੁੰਪ ਲਾਇਆ ਸੀ ਇਹਨਾਂ ਦਾ ਫੌਜ ਦਾ, ਉਹਦੇ 'ਚ ਸੀ। ਉਦੋਂ ਬਾਅਦ ਇਹਦਾ 28 ਦਿਨਾਂ ਬਾਅਦ ਕੋਈ ਤਾਂ ਜੇਲ੍ਹ ਸੰਗਰੂਰ ਤੋਰਤਾ, ਕੋਈ ਬਰਨਾਲੇ ਤੋਰਤਾ, ਕੋਈ ਪਟਿਆਲੇ ਤੋਰਤਾ। ਅਸੀਂ ਜਾਣੀ ਮੈਂ ਫਿਰ ਉੱਥੇ 63 ਦਿਨ ਹਸਪਤਾਲ ਰਿਹਾ। 63 ਦਿਨਾਂ ਬਾਅਦ ਆਇਆ। ਇਹ ਬੇਟਾ ਤੇ ਮਤਲਬ ਭੈਣ ਸਿਸਟਰ ਸੀ ਸਾਡੀ, ਇਹ ਆਏ ਨੇ 4 ਮਹੀਨਿਆਂ ਬਾਅਦ। ਇਹ ਲੁਧਿਆਣੇ ਜੇਲ੍ਹ 'ਚ ਰਹੇ। ਗੁਰਦੁਆਰਾ ਵੱਲੋਂ ਜਾਂ ਸਰਕਾਰ ਵੱਲੋਂ ਐਸੀ ਦਾ ਕੋਈ ਪੀਸੀ ਵੱਲੋਂ ਸਾਨੂੰ 10-10 ਹਜ਼ਾਰ ਰੁਪਇਆ ਦਿੱਤਾ 2 ਸਾਲ ਬਾਅਦ। 11-11 ਹਜ਼ਾਰ ਰੁਪਇਆ ਸਾਡਾ ਉਹਨਾਂ ਨੇ ਖਰਚਾ ਕਰਾਤਾ। ਅੱਜ ਮਹਿਲੀ ਆ ਜਾਓ ਜੀ, ਅੱਜ ਤੁਸੀਂ ਲੌਂਗੋਵਾਲ ਆ ਜਾਓ ਜੀ। ECPC ਵੱਲੋਂ ਦਾ ਜਿਹੜਾ ਕਦੋਂ ਦਿੱਤਾ ਗਿਆ ਹੈ? ਉਹ ਦੇਤਾ, ਚੈੱਕ ਦੇਤਾ 10-10 ਹਜ਼ਾਰ ਦਾ। ਕਦੋਂ ਦੀ ਟਾਈਮ ਗੱਲ ਹੈ? ਉਹ ਉਦੋਂ 2 ਸਾਲ ਬਾਅਦ ਤਕਰੀਬਨ। ਏਡੀਆ ਹੁਣ ਐਡਾ ਅੱਖਰ ਨਹੀਂ ਯਾਦ, ਦੋ ਵੀ ਹੋ ਸਕਦੇ, 3 ਵੀ ਹੋ ਸਕਦੇ ਆ। ਹਾਂ ਏਡੀਆ। ਅਤੇ ਉਦੋਂ ਬਾਅਦ 20-20 ਹਜ਼ਾਰ ਰੁਪਇਆ ਗੌਰਮੈਂਟ ਨੇ ਦਿੱਤਾ। 25-25 ਉਹਨਾਂ ਨੇ ਲਵਾਤਾ। 25-25 ਉਹਨਾਂ ਨੇ ਐਂ ਲਵਾਤਾ। ਅੱਜ ਸੰਗਰੂਰ ਆ ਜਾਓ ਜੀ, ਅੱਜ DC ਦੇ ਉੱਥੇ ਸਾਈਨ ਹੋਣੇ ਆ ਤੁਹਾਡੇ, ਅੱਜ ਫਲਾਣੇ ਥਾਂ ਵਗ ਜਾਓ ਜੀ, ਉੱਥੇ ਸਾਈਨ ਹੋਣੇ ਆ ਤੁਹਾਡੇ। ਦਿੱਤੇ ਜ਼ਰੂਰ ਪੈਸੇ। ਅਸੀਂ ਆਪਾਂ ਨੂੰ ਕਿਹੜਾ ਜਿਹੜੀ ਚੀਜ਼ ਆਈ ਹੈ ਆਪਾਂ ਨੂੰ ਪਤਾ ਹੀ ਹੈ। ਮਤਲਬ ਉਹਨਾਂ ਨੇ ਜੇ 25,000 ਦਾ 20 ਦਿੱਤਾ ਤਾਂ 25 ਲਵਾਤਾ, ਇਹਨਾਂ ਨੇ 10 ਦਿੱਤਾ ਤਾਂ 11 ਲਵਾਤਾ। ਪੰਜਾਬ ਸਰਕਾਰ ਤਾਂ ਪੰਜਾਬ ਸਰਕਾਰ ਉਹੀ ਪੰਜਾਬ ਸਰਕਾਰ ਆ, ਉਹੀ ਗੁਰਦੁਆਰਾ ਸਰਕਾਰ ਹੈ। ਇੱਕੋ ਹੀ ਸਰਕਾਰਾਂ ਨੇ ਦੋਨੇ। ਸਾਨੂੰ ਤਾਂ ਉੱਥੇ ਕਮਰਾ ਵੀ ਨਹੀਂ ਮਿਲਦਾ ਗਿਆ ਨਾ। ਜੇ ਅਸੀਂ ਅੱਜ ਜਾਂਦੇ ਹਾਂ ਉੱਥੇ ਮੱਥਾ ਟੇਕਣ ਨੂੰ, ਮਤਲਬ ਮੇਰੇ ਹੁਣ ਆਹ ਫੈਰ ਵੱਜਿਆ ਤੁਹਾਨੂੰ ਦੀਦੀ ਹੀ ਹੈ, ਮੈਥੋਂ ਲੈਣ ਥੋੜ੍ਹਾ ਖੜਿਆ ਜਾਊਗਾ। ਜੇ ਮੈਂ ਲੈਣ 'ਚ ਖੜਦਾ ਤਾਂ ਮੈਂ ਮੱਥਾ ਟੇਕਣ ਨਹੀਂ ਜਾਂਦਾ। ਤਾਂ ਮੈਨੂੰ ਕੋਈ ਇਹੋ ਜਿਹਾ ਸਹੂਲਤ ਨਹੀਂ ਹੈਗੀ ਅੱਡ ਵੀ ਮੈਂ ਮੱਥਾ ਟੇਕਾਂ ਜਾ ਕੇ ਅੱਡ ਦੀ ਲਵੇ ਦੀ ਜਾ ਕੇ। ਤਾਂ ਉੱਥੇ ਤਾਂ ਇਹ ਵੀ ਨਹੀਂ ਹੈਗਾ ਕੁਛ। ਸਰਕਾਰ ਵੱਲੋਂ ਤਾਂ ਦੇਣਾ ਲੈਣਾ ਤਾਂ ਅੱਡ ਰਹਿ ਗਿਆ, ਦੂਰ ਰਹਿ ਗਿਆ। ਸਾਨੂੰ ਉੱਥੇ ਕਮਰੇ 'ਤੇ ਆਰਡਰ ਮੱਥਾ ਟੇਕਣ ਦਾ ਵੀ ਹੈ ਨਹੀਂ ਅੱਜ। ਜੇ ਜਾਣਿਆ ਤਾਂ ਆਪਦੇ ਹਿੱਕ ਦੇ ਜ਼ੋਰ ਤੇ ਵਿਸਾਖ ਭਾਵੇਂ ਕੱਲ ਨੂੰ ਜਾਏਗੀ। ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਪਿੰਡ ਸੰਘੇੜਾ ਦੇ ਇਸ ਪਰਿਵਾਰ ਦੇ ਅੱਲੇ ਜ਼ਖਮ ਮੁੜ ਹਰੇ ਹੋ ਜਾਂਦੇ ਹਨ। ਸਰਕਾਰੀ ਸ਼ਹਿ ਹੇਠ ਝੁੱਲੇ ਉਸ ਕਹਿਰ ਨੇ ਪੂਰਾ ਪਰਿਵਾਰ ਉਜਾੜ ਦਿੱਤਾ ਅਤੇ ਕਈ ਹੋਰ ਪਰਿਵਾਰ ਵੀ ਇਸ ਦਾ ਸੇਕ ਚੱਲ ਚੁੱਕੇ ਹਨ। ਸੋ ਜੋ ਬਚੇ ਹਨ ਉਸ ਦਰਦ ਚੋਂ ਹਾਲੇ ਤੱਕ ਬਾਹਰ
ਨਹੀਂ ਨਿਕਲ ਸਕੇ। ਬਰਨਾਲਾ ਤੋਂ ਸਿੱਖ ਨਿਊਜ਼ ਐਕਸਪ੍ਰੈਸ ਲਈ ਸੁਖਚਰਨਪ੍ਰੀਤ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।